ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵੈ ਪ੍ਰਗਟੇ ਅਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤਹੀਂ ਪ੍ਰਕਾਸ਼ ਹਮਾਰਾ भयो ਪਟਨਾ ਸ਼ਹਿਰ ਵਿਖੇ ਬਾਵਲਯੋ। ਸਨਮਾਨਯੋਗ ਸਤ ਸੰਗਤ ਜੀਓ, ਗੁਰਮਤਿ ਗੁਰਬਾਣੀ ਇਤਿਹਾਸਕ ਵਿਚਾਰਾਂ ਆਰੰਭ ਕਰਾਂ। ਪੇਸ਼ਤਰ ਸਤਿਗੁਰ ਦੀ ਬਖਸ਼ਿਸ਼ ਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਪ੍ਰਕਾਸ਼ ਪੁਰਬ ਦੇ ਸਮਸਤ ਆਪ ਜੀ ਹਾਜ਼ਰੀ ਭਰ ਰਹੇ ਹੋ। ਸਿੱਖ ਜਗਤ ਦੇ ਨਾਮਵਰ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਉਪਰੰਤ ਗੁਪਤਾ ਪਰਿਵਾਰ ਸਮੂਹ ਭੈਣਾਂ ਵੱਲੋਂ ਬੜਾ ਬੇਨਜ਼ੀਰ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਪਟਨਾ ਸਾਹਿਬ ਹੀ ਬੈਠੇ ਹਾਂ, ਹਜ਼ੂਰ ਦਾ ਆਗਮਨ ਉੱਥੇ ਹੋਵੇ ਚਾਹੇ ਇੱਥੇ ਹੋਵੇ, ਆਪਾਂ ਮਨਾ ਰਹੇ ਹਾਂ। ਦੁਨੀਆ ਦੇ ਵਿੱਚ ਇੱਕੋ ਇੱਕ ਅਜ਼ੀਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਜਿਨ੍ਹਾਂ ਨੇ ਆਪਣੀ ਬਾਇਓਗ੍ਰਾਫੀ, ਜਿਸ ਨੂੰ ਸੈਲਫ ਬਾਇਓਗ੍ਰਾਫੀ ਕਹਿੰਦੇ ਨੇ, ਉਹ ਆਪਣੀ ਕਲਮ ਦੇ ਨਾਲ ਆਪ ਲਿਖੀ ਹੈ। ਦੁਨੀਆ ਦੇ ਵਿੱਚ ਬਹੁਤ ਸਾਰੇ ਮਹਾਂਪੁਰਖਾਂ ਦਾ ਇਤਿਹਾਸ, ਖਾਸ ਤੌਰ 'ਤੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਕੁਝ ਸਮੇਂ ਬਾਅਦ ਲਿਖਿਆ ਜਾਂਦਾ ਹੈ ਅਤੇ ਕੋਈ ਦੂਸਰਾ ਲਿਖਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਟੀਕੂਲਰ ਇਸ ਸੰਸਾਰ ਦੇ ਵਿੱਚ ਆਉਣ ਦਾ ਮਕਸਦ, ਪਰਪਜ਼, ਆਪਣੇ ਜੀਵਨ ਦੀ ਕਥਾ ਨੂੰ ਆਪ ਲਿਖਿਆ ਹੈ। ਪਲੀਜ਼ ਪੇ ਯੂਅਰ ਅਟੈਂਸ਼ਨ। We will be concentrate our mind and we should be feel we are live in the now reciting in Patna Sahib। ਹਜ਼ੂਰ ਨੇ ਉੱਥੇ ਇੱਕ ਦੁਨੀਆ ਦੇ ਵਿੱਚ ਮੈਸੇਜ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਬੇਅੰਤ ਜੀਵ ਆਉਂਦੇ ਨੇ, ਉਹ ਆਉਂਦੇ ਨੇ ਚਲੇ ਜਾਂਦੇ ਨੇ, ਉਹ ਬੇਅੰਤ ਆਪੋ ਆਪਣਾ ਕੰਮ ਕਰਦੇ ਨੇ, ਧੰਦੇ ਕਰਦੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਹ ਦੁਨੀਆ ਦੇ ਲੋਗੋ, ਮੈਂ ਇਸ ਸੰਸਾਰ ਦੇ ਵਿੱਚ ਕਿਉਂ ਆਇਆ ਹੈ, ਮੇਰੇ ਆਉਣ ਦਾ ਕਾਰਨ ਕੀ ਹੈ, ਮੇਰਾ ਕੌਜ਼ ਕੀ ਹੈ। ਤੋ ਧਿਆਨ ਨਾਲ ਸਰਵਣ ਕਰਨਾ। ਉੱਥੇ ਹਜ਼ੂਰ ਕਹਿੰਦੇ ਨੇ, ਯਹੀ ਕਾਜ ਦਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਸਾਹਿਬ ਕਹਿੰਦੇ ਨੇ, ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਧਰਮ ਨੂੰ ਚਲਾਉਣ ਲਈ, ਖਾਲਸਾ ਪੰਥ ਦੀ ਸਿਰਜਣਾ ਕਰਨ ਵਾਸਤੇ, ਦੁਨੀਆ ਦੇ ਵਿੱਚ ਏਕਤਾ ਨੂੰ ਕਾਇਮ ਕਰਨ ਵਾਸਤੇ, ਯੂਨਿਟੀ ਅਤੇ ਡਿਗਨਿਟੀਜ਼ ਨੂੰ ਅਸਟੈਬਲਿਸ਼ ਕਰਨ ਵਾਸਤੇ। ਤੋ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂਕਿ ਅੱਜ ਪ੍ਰਕਾਸ਼ ਹੈ ਅਤੇ ਪਰਿਵਾਰ ਸਾਹਮਣੇ ਹੈ, ਮੈਨੂੰ ਯਾਦ ਆ ਗਿਆ, ਮੈਂ ਬਹੁਤ ਲੰਬਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ 'ਤੇ ਬੰਬੇ ਹੀ ਹਾਜ਼ਰੀ ਭਰਦਾ ਹੁੰਦਾ ਸੀ। ਬਾਈ ਜੈਮਲ ਸਿੰਘ ਰਾਤ ਨੂੰ ਪੋਸੂ ਦੀ ਸਤਵੀਂ ਦੇ ਮੈਨੂੰ ਯਾਦ ਹੈ ਪ੍ਰਕਾਸ਼ ਦੀ ਕਥਾ ਕਰਨੀ। ਮੈਂ ਉਹੀ ਕਥਾ ਆਪ ਦੇ ਸਮਸਤ ਰੱਖਾਂ ਮੁਕਤਸਰ ਸਮੇਂ 'ਚ। ਧੰਨ ਗੁਰੂ ਤੇਗ ਬਹਾਦਰ ਪਿਤਾ
ਮਾਤਾ ਗੁਜਰੀ ਜੀ, ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਉੱਥੇ ਪ੍ਰਮਾਣ ਦਿੱਤਾ ਹੈ। ਸਾਹਿਬ ਕਹਿੰਦੇ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਉਹ ਮਾਤਾ ਗੁਜਰੀ ਧੰਨ ਹਨ। ਉਹ ਸੋਢੀ ਕੁਲ ਧੰਨ ਹੈ, ਜਿਸ ਕੁਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਟਨੇ ਦੀ ਧਰਤੀ 'ਤੇ ਆਗਮਨ ਹੋਇਆ ਹੈ, ਪ੍ਰਕਾਸ਼ ਹੋਇਆ ਹੈ। ਅਤੇ ਮੈਂ ਬੇਨਤੀ ਕੀਤੀ ਸੀ, ਢਾਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਹਨ ਅਤੇ ਹਜ਼ੂਰ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ, ਤੁਹਾਡੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਤੁਹਾਡੇ ਘਰ ਇੱਕ ਸੁੰਦਰ ਬਾਲਕ ਦਾ ਜਨਮ ਹੋਇਆ ਹੈ। ਅਤੇ ਮੈਂ ਅਰਜ਼ ਕਰਾਂ, ਉੱਥੇ ਕੁਝ ਕਵੀਆਂ ਨੇ ਮਹਿਮਾ ਲਿਖੀ ਹੈ। ਮੈਂ ਹੁਣੇ ਵੀਰ ਜੀ ਮੁਸਾਫਰ ਜੀ ਬੇਨਤੀ ਕਰ ਰਿਹਾ ਸੀ, ਐਤਵਾਰ ਦੇ ਦੀਵਾਨ ਦੇ ਵਿੱਚ ਇੱਕ ਗੁਜ਼ਾਰਿਸ਼ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਵੀ ਕਿਤਨੇ ਵੱਡੇ ਹਨ। ਹੀ ਵਾਜ਼ ਏ ਗ੍ਰੇਟੈਸਟ ਪੋਇਟ। ਦੁਨੀਆ ਦੇ ਵਿੱਚ ਅੱਜ ਤੀਕਰ ਇਸ ਤਰ੍ਹਾਂ ਦੀ ਸਾਹਿਤਕ ਰਚਨਾ ਕਿਸੇ ਨੇ ਕੀਤੀ ਨਹੀਂ। ਮੁਸਾਫਰ ਜੀ ਜ਼ਿਕਰ ਕਰ ਰਹੇ ਸਨ ਜਾਪ ਸਾਹਿਬ ਦਾ। ਮੈਂ ਬੇਨਤੀ ਕਰਾਂ, ਸੰਸਕ੍ਰਿਤ ਦੇ ਵਿੱਚ ਬੜੇ ਬੜੇ ਗ੍ਰੰਥ ਹਨ। ਦੁਨੀਆ ਦਾ ਸਭ ਤੋਂ ਵੱਡਾ ਲਿਟਰੇਚਰ ਸੰਸਕ੍ਰਿਤ ਦੇ ਵਿੱਚ ਹੈ। ਰਿਗਵੇਦ ਹੈ, ਸਾਮਵੇਦ ਹੈ, ਅਥਰਵੇਦ ਹੈ, ਯੁਯੁਰਵੇਦ ਹੈ, ਅਤੇ ਉਹਨਾਂ ਚਾਰੇ ਵੇਦਾਂ ਦਾ ਇੱਕ ਪਾਰਟ ਆਯੁਰਵੇਦ ਵੀ ਹੈ। ਉਹਦਾ ਇੱਕ ਪਾਰਟ ਹੈ, ਪਰ ਸਾਰੇ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਸਿਮਰਤੀਆਂ ਦੇ ਵਿੱਚ ਅੱਜ ਤੀਕਰ ਦੁਨੀਆ ਦੇ ਵਿੱਚ ਸੰਸਕ੍ਰਿਤ ਦਾ ਸਭ ਤੋਂ ਵੱਡਾ ਜਿਹੜਾ ਪੋਇਟ ਹੈ ਉਹ ਕਾਲੀਦਾਸ ਹੋਇਆ ਹੈ। ਪਰ ਦੁਨੀਆ ਦੇ ਵਿੱਚ ਅੱਜ ਤੀਕਰ ਕਿਸੇ ਨੇ ਏਕ ਅਛਰੀ ਛੰਦ ਨਹੀਂ ਲਿਖਿਆ। ਉਹ ਕੇਵਲ ਅਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਪ ਸਾਹਿਬ 'ਚ ਲਿਖਿਆ ਹੈ। ਤਾਂ ਉੱਥੇ ਕਵੀਆਂ ਨੇ ਮਹਿਮਾ ਕੀਤੀ ਹੈ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਗਮਨ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਅਤੇ ਕਹਿੰਦੇ ਨੇ ਹਜ਼ੂਰ ਸਰੀਰਕ ਤੌਰ 'ਤੇ ਅਤਿਅੰਤ ਸੁੰਦਰ ਹਨ, ਨੇਤਰ ਅਤਿਅੰਤ ਸੁੰਦਰ ਹਨ, ਉਹਨਾਂ ਦੇ ਹੱਥ ਅਤਿਅੰਤ ਕੋਮਲ ਹਨ। ਪੀਰ ਭੀਖਣ ਸ਼ਾਹ ਦਰਸ਼ਨ ਕਰਕੇ ਉਹਨੂੰ ਅੰਦਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਅਤੇ ਹਜ਼ੂਰ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ, ਅਤੇ ਪਟਨੇ ਦੇ ਵਿੱਚ ਹਜ਼ੂਰ ਨੇ ਬੇਅੰਤ ਕੋਤਕ ਕੀਤੇ ਹੈ। ਮੈਂ ਕੁਝ ਕੁ ਕੋਤਕ ਆਪ ਦੇ ਸਾਹਮਣੇ ਰੱਖਦਾ ਹਾਂ। ਬਾਲ ਲੀਲਾ, ਜੋ ਬਾਲਪਨ ਦੇ ਕੋਤਕ ਹਨ, ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਹ ਜਿਹੜੇ ਕੋਤਕ ਹਨ ਉਹ ਬਿੰਦਰਾਬਨ ਦੇ ਵਿੱਚ ਕੀਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹ ਬਿੰਦਰਾਬਨ ਦੇ ਬਾਲ ਕੋਤਕ ਦਾ ਬਕਾਇਦਾ ਜ਼ਿਕਰ ਹੈ। ਭਗਤ ਨਾਮਦੇਵ ਜੀ ਮਹਾਰਾਜ ਉੱਥੇ ਸ਼ਬਦ ਕਹਿੰਦੇ ਨੇ, ਧੰਨ ਧੰਨ ਓ ਰਾਮ ਬੇਨਵਾਜ਼ੇ, ਮਦਰ ਮਦਰ ਧੁਨ ਅਨਹਦ ਬਾਜੇ, ਧੰਨ ਧੰਨ ਮੇਗਾ ਰੋਮਾਵਲੀ, ਜੈ ਓਡੇ ਕ੍ਰਿਸ਼ਨ ਕਾਂਬਲੀ। ਉਹ ਬਿੰਦਰਾਬਨ ਧੰਨ ਹੈ ਜਿੱਥੇ ਸ਼੍ਰੀ ਕ੍ਰਿਸ਼ਨ ਨੇ ਬਾਲ ਲੀਲਾ ਕੀਤੀ। ਮੈਂ ਅਰਜ਼ ਕਰਾਂ, ਉਹ ਪਟਨੇ ਦੀ ਜ਼ਮੀਨ ਧੰਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਾਲਪਨ ਬਤੀਤ ਹੋਇਆ ਹੈ, ਬਚਪਨਾ ਬਤੀਤ ਹੋਇਆ ਹੈ। ਅਤੇ ਉੱਥੇ ਹਜ਼ੂਰ ਨੇ ਬੇਅੰਤ ਬਖਸ਼ਿਸ਼ਾਂ ਦੀ ਦਾਤ ਕੀਤੀ ਹੈ। ਮੈਂ ਕਈ ਦਫਾ ਗੁਜ਼ਾਰਿਸ਼ ਕੀਤੀ ਹੈ, ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਭੇਦ ਨਹੀਂ ਹੈ, ਉਹਦੇ ਵਿੱਚ ਕੋਈ ਅੰਤਰਾ ਨਹੀਂ ਹੈ, ਉਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਅਤੇ ਗੁਸਤਾਖੀ ਮਾਫ, ਜਿਸ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਭੇਤ ਹੈ ਉਹ ਦਰਅਸਲ ਗੁਰੂ ਹੈ ਹੀ ਨਹੀਂ ਹੈ। ਗੁਰੂ ਦੀ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚ ਸਾਹਿਬ ਕਹਿੰਦੇ ਨੇ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਏ। ਉਹਦੀ ਦ੍ਰਿਸ਼ਟੀ ਇੱਕ ਹੈ, ਉਹਦੇ ਵਿੱਚ ਰਾਜਾ ਇੱਕ ਹੈ, ਪ੍ਰਜਾ ਇੱਕ ਹੈ, ਹਿੰਦੂ ਇੱਕ ਹੈ, ਮੁਸਲਮਾਨ ਇੱਕ ਹੈ। ਉਹਦੇ ਵਿੱਚ ਮੈਂ ਅਰਜ਼ ਕਰਾਂ, ਯੈਨੀ ਇੱਕ ਹੈ, ਬੋਧੀ ਇੱਕ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਟਨੇ ਦੇ ਵਿੱਚ ਪ੍ਰਕਾਸ਼ ਲੈਂਦੇ ਨੇ, ਅਤੇ ਸਤਿਗੁਰ ਦੇ ਸਭ ਤੋਂ ਪਹਿਲੇ ਮੁਸਲਮਾਨ ਦੋ ਸਿੱਖ ਹਨ, ਰਹੀਮ ਬਖਸ਼ ਅਤੇ ਕਰੀਮ ਬਖਸ਼। ਉਹ ਹਜ਼ੂਰ ਦੇ ਦਰਸ਼ਨ ਕਰਨ ਆਉਂਦੇ। ਮੈਂ ਬੇਨਤੀ ਕਰਾਂ, ਜਿਨ੍ਹਾਂ ਨੇ ਪਟਨਾ ਸਾਹਿਬ ਦਰਸ਼ਨ ਕੀਤੇ ਹੈ, ਬੇਸਿਕਲੀ ਉਹ ਜ਼ਿਆਦਾ ਜਿਹੜਾ ਇਲਾਕਾ ਹੈ ਮੁਸਲਮਾਨਾਂ ਦਾ ਹੀ ਹੈ। ਅੱਜ ਵੀ ਉੱਥੇ ਜਿਹੜੇ ਜ਼ਿਆਦਾ ਬਸ਼ਿੰਦੇ ਹਨ ਉਹ ਮੁਸਲਮਾਨ ਹੀ ਹੈ, ਜੈਨੀ ਵੀ ਹੈ, ਉਹਦੇ ਵਿੱਚ ਹਿੰਦੂ ਵੀ ਹੈ, ਪਰ ਮੈਜੋਰਟੀ ਜਿਹੜੀ ਹੈ ਉਹ ਇਸਲਾਮ ਨਾਲ ਤਲਕ ਰੱਖਣ ਵਾਲੇ ਹਨ। ਅਤੇ ਹਜ਼ੂਰ ਦੇ ਉੱਥੇ ਪਹਿਲੇ ਸਿੱਖ ਰਹੀਮ ਬਖਸ਼
ਤੇ ਕਰੀਮ ਬਖਸ਼ ਹਨ। ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ, ਪੰਡਤ ਸ਼ਿਵ ਦੱਤ ਤੇ ਬਖਸ਼ਿਸ਼ਾਂ ਕੀਤੀਆਂ, ਤੇ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੇਖੋ ਕਿਤਨੇ ਚੋਜ ਹਨ। ਹਜ਼ੂਰ ਇੱਕ ਦਿਨ ਬੈਠੇ ਨੇ ਤੇ ਆਪਣੇ ਮਾਤਾ ਗੁਜਰੀ ਜੀ ਦੀ ਗੋਦੀ 'ਚ ਬੈਠੇ ਨੇ, ਬਿਰਾਜਮਾਨ ਹਨ। ਤੇ ਮਾਤਾ ਗੁਜਰੀ ਜੀ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਡਾਕਟਰ ਭਾਈ ਵੀਰ ਸਿੰਘ ਜੀ ਦਾ ਕਲਗੀਧਰ ਚਮਤਕਾਰ ਪੜ੍ਹੋ। ਵੀ ਆਰ ਏ ਸੋਸ਼ਲ ਆਲ ਦਿਸ ਪਰਸਨ। ਹਰ ਬੱਚੇ ਦਾ ਇਹ ਤਮੰਨਾ ਹੁੰਦੀ ਹੈ ਕਿ ਮੈਂ ਆਪਣੇ ਬਾਪ ਨੂੰ ਦੇਖਾਂ, ਆਪਣੀ ਮਾਂ ਦਾ ਪਿਆਰ ਮਾਨਾਂ। ਤੇ ਸਤਿਗੁਰ ਧੰਨ ਗੁਰੂ ਗੋਬਿੰਦ ਸਿੰਘ ਬਾਲਕ ਗੋਬਿੰਦ ਰਾਏ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ, ਮਾਤਾ ਜੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਹੈ? ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਹੈ। ਤੇ ਮੈਂ ਬੇਨਤੀ ਕਰਾਂ, ਇੱਕ ਸੁਰਤ ਦਾ ਕਨੈਕਸ਼ਨ ਹੈ, ਇੱਕ ਮਨ ਦਾ ਕਨੈਕਸ਼ਨ ਹੈ, ਇੱਕ ਸਰੀਰ ਦਾ ਕਨੈਕਸ਼ਨ ਹੈ। ਕਹਿੰਦੇ ਨੇ ਮੈਂ ਗੁਰੂ ਤੇਗ ਬਹਾਦਰ ਆਪਣੇ ਪਿਤਾ ਨੂੰ ਨਹੀਂ ਦੇਖਿਆ, ਮੈਂ ਦੇਖਣਾ ਚਾਹੁੰਦਾ ਹੈ। ਤੇ ਮਾਤਾ ਗੁਜਰੀ ਜੀ ਕਹਿੰਦੇ ਨੇ, ਮੇਰੇ ਬੱਚਿਆ ਉਹ ਅਸਾਮ ਦੀ ਯਾਤਰਾ 'ਤੇ ਹਨ, ਉਹ ਬੰਗਲਾਦੇਸ਼ ਦੀ ਯਾਤਰਾ 'ਤੇ ਹਨ, ਉਹ ਸੰਸਾਰ ਨੂੰ ਤਾਰ ਰਹੇ ਹਨ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਇੱਕ ਸਵਾਲ ਕਰਦੇ ਹਨ, ਐ ਅੰਮਾ, ਐ ਮਾਤਾ, ਸਾਡਾ ਜਿਹੜਾ ਬੇਸਿਕ ਕਸਬਾ ਹੈ ਆਨੰਦਪੁਰ ਸਾਹਿਬ, ਉਹ ਕੈਸਾ ਹੈ? ਮੈਂ ਜ਼ਿਆਰਤ ਕਰਨੀ ਚਾਹੁੰਦਾ ਹੈ। ਤੇ ਮੈਂ ਅਰਜ਼ ਕਰਾਂ, ਮਾਤਾ ਗੁਜਰੀ ਜੀ ਸਾਰਾ ਇਤਿਹਾਸ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਰਨਾਮੇ, ਧੰਨ ਗੁਰੂ ਹਰਰਾਏ ਸਾਹਿਬ ਜੀ ਦਾ ਜੀਵਨ, ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਵੇਂ ਆਨੰਦਪੁਰ ਆਬਾਦ ਕੀਤਾ ਹੈ, ਉਹ ਸਾਰੀ ਦਾਸਤਾਨ ਜਦੋਂ ਆਪਣੇ ਬਾਲਕ ਨੂੰ ਸੁਣਾਉਂਦੇ ਨੇ ਤੇ ਉੱਥੇ ਧੰਨ ਗੁਰੂ ਗੋਬਿੰਦ ਰਾਏ ਕਹਿੰਦੇ ਨੇ, ਅੰਮਾ ਪਿਤਾ ਦਾ ਮਿਲਾਪ ਕਦੋਂ ਹੋਵੇਗਾ? ਮੈਂ ਆਨੰਦਪੁਰ ਦੀ ਜ਼ਿਆਰਤ ਕਦੋਂ ਕਰਾਂਗਾ? ਅਸੀਂ ਆਪਣੇ ਕਸਬੇ ਆਨੰਦਪੁਰ ਕਦੋਂ ਜਾਵਾਂਗੇ? ਤੇ ਉੱਥੇ ਮਾਤਾ ਗੁਜਰੀ ਜੀ ਕਹਿੰਦੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ਹੁਕਮ ਕਰਕੇ ਗਏ ਨੇ। ਉਹਨਾਂ ਦਾ ਹੁਕਮ ਹੈ ਕਿ ਜਦੋਂ ਤਿੱਕਰ ਸਾਡਾ ਹੁਕਮ ਨਾ ਆਵੇ ਤੁਸੀਂ ਇੱਥੋਂ ਮੂਵ ਨਹੀਂ ਕਰਨਾ, ਪਟਨੇ ਰਹਿਣਾ ਹੈ। ਇਹ ਰੋਜ਼ ਗਾਥਾਵਾਂ ਮਾਤਾ ਗੁਜਰੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੁਣਾਉਂਦੇ ਨੇ। ਤੇ ਇੱਕ ਦਿਨ ਐਸਾ ਕੋਤਕ ਕੀਤਾ ਹੈ ਮੇਰੇ ਪਾਤਸ਼ਾਹ ਨੂੰ, ਕਿਉਂਕਿ ਉਹ ਜ਼ੋਹਰੀਆਂ ਦਾ ਇਲਾਕਾ ਹੈ। ਮੈਂ ਸੁਬਾ ਵੀ ਅਰਜ਼ ਕੀਤੀ ਸੀ, ਅਕਬਰ ਨੇ ਇੱਕ ਬਾਜ਼ਾਰ ਆਗਰੇ ਦੇ ਵਿੱਚ ਬਣਾਇਆ ਸੀ, ਉਹਨੂੰ ਕਹਿੰਦੇ ਨੇ ਜ਼ੋਰੀ ਬਾਜ਼ਾਰ, ਅੱਜ ਵੀ ਹੈ। ਇੱਕ ਬਾਜ਼ਾਰ ਉਹਨੇ ਜੈਪੁਰ ਦੇ ਵਿੱਚ ਬਣਾਇਆ, ਉਹਨੂੰ ਵੀ ਕਹਿੰਦੇ ਨੇ ਜ਼ੋਹਰੀ ਮਹੱਲਾ, ਉਹ ਅੱਜ ਵੀ ਹੈ, ਹਵਾ ਮਹੱਲ ਦਾ ਆਲੇ ਦੁਆਲੇ ਦਾ ਏਰੀਆ। ਇਹ ਵੀ ਜਿਹੜਾ ਜੋਰੀਆਂ ਦਾ ਬਾਜ਼ਾਰ ਹੈ, ਮਾਮਾ ਕਿਰਪਾਲ ਚੰਦ ਜੀ ਬੜੇ ਪਿਆਰ ਦੇ ਨਾਲ ਬਾਲਕ ਗੋਬਿੰਦ ਰਾਏ ਨੂੰ ਲੈ ਕੇ ਗਏ। ਉਹ ਪਟਨੇ ਦੇ ਬਾਜ਼ਾਰ 'ਚ ਗਏ ਨੇ ਤੇ ਬੜਾ ਸੁੰਦਰ ਇੱਕ ਕੰਗਣ ਬਾਲਕ ਗੋਬਿੰਦ ਰਾਏ ਜੀ ਲਈ ਲਿਆ ਹੈ। ਉਹ ਹੱਥਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਪਹਿਨਾਇਆ ਹੈ। ਤੇ ਜਦੋਂ ਹੱਥਾਂ ਦੇ ਵਿੱਚ ਪਹਿਨਾਇਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰੀ ਬਾਲ ਲੀਲਾ ਦੀ ਗੱਲ ਕਹਿੰਦੇ ਨੇ, ਮੇਰੇ ਬੱਚਿਆ ਕੰਗਣ ਬੜਾ ਬੇਸ਼ਕੀਮਤੀ ਹੈ, ਧਿਆਨ ਰੱਖੀ, ਤੂੰ ਬਾਲਕਾਂ ਦੇ ਵਿੱਚ ਖੇਲਦਿਆਂ ਹੋਇਆਂ ਇਹਦੇ 'ਤੇ ਨਿਗਾਹ ਰੱਖੀ। ਤੇ ਬਾਲਕ ਗੋਬਿੰਦ ਰਾਏ ਜੀ ਨੇ ਰਹੀਮ ਬਖਸ਼ ਨੂੰ ਲਿਆ ਹੈ, ਕਰੀਮ ਬਖਸ਼ ਨੂੰ ਲਿਆ ਹੈ, ਕੁਝ ਸੰਗੀ ਸਾਥੀਆਂ ਨੂੰ ਲਿਆ ਹੈ। ਤੇ ਉਹ ਗੰਗਾ ਦੇ ਘਾਟ ਦੇ ਉੱਤੇ ਬੱਚਿਆਂ ਨਾਲ ਖੇਲਣ ਵਾਸਤੇ ਰੁਖਸਤ ਹੋਏ ਨੇ। ਮੈਂ ਅਰਜ਼ ਕਰਾਂ, ਦਿਸ ਇਜ਼ ਏ ਨਾਟ ਟੇਲਸ, ਦਿਸ ਇਜ਼ ਏ ਇਟਸ ਸਪੋਟ ਆਫ ਦੇਅਰ ਟਰੂ ਸਾਖੀ। ਅੱਜ ਵੀ ਕੰਗਣ ਘਾਟ ਉੱਥੇ ਮੌਜੂਦ ਹੈ, ਗੁਰਦੁਆਰਾ ਹੈ ਜਿੱਥੇ ਹਜ਼ੂਰ ਖੇਲਦੇ ਰਹੇ ਹੈ। ਮਹਾਰਾਜ ਬੱਚਿਆਂ ਨਾਲ ਗਏ ਨੇ, ਖੇਲਦੇ ਨੇ, ਤੇ ਉਹ ਜਿਹੜਾ ਕੰਗਣ ਸੀ ਨਾ, ਖੇਲਦਿਆਂ ਖੇਲਦਿਆਂ ਗੰਗਾ ਦੇ ਵਿੱਚ ਸੁੱਟ ਦਿੱਤਾ ਹੈ, ਗੰਗਾ ਦੇ ਵਿੱਚ ਉਂਡੇਲ ਦਿੱਤਾ ਹੈ। ਵਾਪਸ ਆਏ ਹੈ, ਮਾਤਾ ਗੁਜਰੀ ਜੀ ਨੇ ਗੋਦੀ ਵਿੱਚ ਲਿਆ ਹੈ। ਬੜੇ ਸੁੰਦਰ ਕੁੰਗਰਾਲੇ ਵਾਲ ਹਨ, ਬੜਾ ਸੁੰਦਰ ਸਰੂਪ ਹੈ, ਬੜਾ ਬੇਨਜ਼ੀਰ ਚਿਹਰਾ ਹੈ। ਤੇ ਮਾਤਾ ਗੁਜਰੀ ਜਦੋਂ ਗੋਦ ਵਿੱਚ ਲੈਂਦੇ ਹੈ ਤੇ ਇੱਕਦਮ ਧਿਆਨ ਹੱਥ ਦੀਆਂ ਕਲਾਈਆਂ 'ਚ ਗਿਆ ਹੈ।
ਜਦੋਂ ਧਿਆਨ ਗਿਆ ਹੈ ਤੇ ਮਾਤਾ ਗੁਜਰੀ ਜੀ ਪੁੱਛਦੇ ਨੇ, ਇਹ ਮੇਰੇ ਬੱਚਿਆ, ਕੰਗਣ ਦਿੱਤਾ ਸੀ ਉਹ ਕਿੱਥੇ ਹੈ? ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਛੋਟਾ ਬੱਚਾ ਦੇਖਿਆ ਨਾ ਕਈ ਦਫਾ, ਉਹ ਮਾਂ ਦੀ ਗੋਦ ਦੇ ਵਿੱਚ ਉਹ ਉੱਠਦਾ ਹੈ, ਫਿਰ ਦੌੜਦਾ ਹੈ, ਫਿਰ ਭੱਜਦਾ ਹੈ। ਮੈਂ ਦੂਰ ਕਿਉਂ ਜਾਵਾਂ ਗੁਸਤਾਖੀ ਬਾਪ, ਮੈਨੂੰ ਮੌਜੂ ਤੋਂ ਥੋੜ੍ਹਾ ਬਾਹਰ ਜਾਣਾ ਪਏਗਾ। ਮੇਰਾ ਆਪਣਾ ਹੀ ਬੱਚਾ, ਉਹ ਬਾਬਾ ਮੱਖਣ ਸ਼ਾਹ ਦੀ ਕਮੇਟੀ ਬੜੀ ਔਖੀ ਸੀ, ਕਿਉਂਕਿ ਉਹ ਟਿਕ ਕੇ ਹੀ ਨਹੀਂ ਸੀ ਬਹਿੰਦਾ, ਅਤੇ ਉਹ ਨੂੰ ਕਦੀ ਇੱਧਰੋਂ ਪਕੜਨਾ ਪੈਂਦਾ ਸੀ, ਕਦੀ ਉੱਧਰੋਂ ਪਕੜਨਾ ਪੈਂਦਾ ਸੀ। ਇੱਕ ਬੱਚੇ ਦੀ ਬਾਲ ਲੀਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੇਖੋ, ਮਹਾਰਾਜ ਗੋਦ ਦੇ ਵਿੱਚੋਂ ਉੱਠ ਕੇ ਦੌੜੇ ਹੈ, ਉੱਠ ਕੇ ਇੱਧਰ ਨੂੰ ਗਏ ਨੇ, ਤੇ ਮਾਤਾ ਗੁਜਰੀ ਜੀ ਇੱਕਦਮ ਦੇਖਦੇ ਹੈ, ਇੱਕਦਮ ਚਿਹਰੇ ਦੇ ਉੱਤੇ ਥੋੜ੍ਹੀ ਮਾਯੂਸੀ ਆਈ ਹੈ, ਇੱਕਦਮ ਥੋੜ੍ਹੇ ਜਿਹੇ ਘਬਰਾਹਟ ਦੇ ਵਿੱਚ ਆਏ ਨੇ, ਤੇ ਆਪਣੇ ਭਰਾ ਮਾਮਾ ਕਿਰਪਾਲ ਚੰਦ ਨੂੰ ਕਹਿੰਦੇ ਨੇ, ਦੇਖੋ ਗੋਬਿੰਦ ਰਾਏ ਕਿੱਧਰ ਗਏ ਹੈ? ਅੱਗੇ ਅੱਗੇ ਬਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਦੌੜ ਰਹੇ ਹੈ, ਪਿੱਛੇ ਬਾਲਕ ਦੌੜ ਰਹੇ ਹੈ, ਉਹਦੇ ਪਿੱਛੇ ਕਿਰਪਾਲ ਚੰਦ ਹੈ। ਤੇ ਜਦੋਂ ਗੰਗਾ ਦਾ ਕਿਨਾਰਾ ਆਇਆ, ਮਾਮਾ ਕਿਰਪਾਲ ਚੰਦ ਨੇ ਪਕੜ ਲਿਆ, ਜਿਵੇਂ ਛੋਟੇ ਬੱਚੇ ਨੂੰ ਪਕੜਦੇ ਆ, ਉਹਦੀ ਬਾਂਹ ਪਕੜ ਲਈ ਦੀ ਹੈ। ਉਹਨਾਂ ਨੇ ਹੱਥੋਂ ਪਕੜ ਲਿਆ ਤੇ ਕਹਿੰਦੇ ਨੇ, ਗੋਬਿੰਦ ਰਾਏ ਉਹ ਕੰਗਣ ਕਿੱਥੇ ਹੈ? ਉਹ ਬੇਸ਼ਕੀਮਤੀ ਕੰਗਣ ਕਿੱਥੇ ਉੰਡੇਲਿਆ ਹੈ? ਤੇ ਹਜ਼ੂਰ ਨੇ ਆਪਣੇ ਹੱਥ ਤੋਂ ਕੰਗਣ ਉਤਾਰਿਆ, ਗੰਗਾ ਦੇ ਵਿੱਚ ਸੁੱਟ ਦਿੱਤਾ ਹੈ। ਕਹਿੰਦੇ ਨੇ, ਮਾਮਾ ਜੀ ਉਹ ਕੰਗਣ ਇੱਥੇ ਗਿਆ ਹੈ, ਉਹ ਗੰਗਾ ਦੇ ਵਿੱਚ ਵਲੀਨ ਹੋ ਗਿਆ ਹੈ। ਇੱਕ ਗੱਲ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਸੁਨੇਹਾ ਦੇ ਦਿੱਤਾ ਕਿ ਉਹਨਾਂ ਦੇ ਅੰਦਰ ਦੀ ਅਵਸਥਾ ਐਸੀ ਹੈ ਕਿ ਉਹਨਾਂ ਨੂੰ ਸੋਨੇ ਨਾਲ, ਉਹਨਾਂ ਨੂੰ ਕੰਚਨ ਦੇ ਨਾਲ, ਉਹਨਾਂ ਨੂੰ ਸੰਸਾਰ ਦੇ ਕਿਸੇ ਪਦਾਰਥ ਦੇ ਨਾਲ ਕੋਈ ਲਗਾਓ ਨਹੀਂ ਹੈ। ਦਰਅਸਲ ਉਹਨਾਂ ਦੀ ਅੰਦਰ ਦੀ ਅਵਸਥਾ ਇਹ ਹੈ, ਉਹਨਾਂ ਦੇ ਅੰਦਰ ਦੀ ਬਿਰਤੀ ਇਹ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਉਹਨਾਂ ਦੇ ਅੰਦਰ ਦੀ ਦ੍ਰਿਸ਼ਟੀ ਹੈ ਕਿ ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉਂ ਬਸੁੱਧਾ ਕੋਊ ਖੋਦੇ ਕੋਊ ਚੰਦਨ ਲੇਪ। ਮੈਂ ਕਈ ਦਫਾ ਅਰਜ਼ ਕੀਤੀ ਹੈ, ਸਾਡੇ ਦੋ ਰੂਪ ਹਨ, ਇੱਕ ਰੂਪ ਹੈ ਸਾਡਾ ਤਨ, ਇੱਕ ਹੈ ਮਨ। ਤਨ ਜੋ ਹੈ ਦ੍ਰਿਸ਼ਟਮਾਨ ਹੈ, ਉਹ ਸਾਨੂੰ ਦਿਖਾਈ ਦਿੰਦਾ ਹੈ, ਮਨ ਅਦ੍ਰਿਸ਼ ਹੈ, ਉਹ ਦਿਖਾਈ ਨਹੀਂ ਦਿੰਦਾ। ਮੈਂ ਕਈ ਦਫਾ ਅਰਜ਼ ਕੀਤੀ ਹੈ, ਗੁਰੂ ਦੇ ਵੀ ਦੋ ਰੂਪ ਹਨ, ਇੱਕ ਗੁਰੂ ਦਾ ਬਾਹਰ ਦਾ ਸਰੂਪ ਹੈ, ਉਹ ਹੈ ਗੋਬਿੰਦ ਰਾਏ, ਉਹ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਗੁਰੂ ਦਾ ਅੰਦਰ ਦਾ ਸਰੂਪ ਹੈ, ਉਹ ਹੈ ਗੁਰੂ ਦੀ ਬਾਣੀ, ਗੁਰੂ ਦੇ ਬੋਲ, ਗੁਰੂ ਦੇ ਬਚਨ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਉਹ ਗੁਰੂ ਦਾ ਅੰਦਰ ਦਾ ਬੋਲ ਕੀ ਹੈ? ਜੋ ਗੁਰੂ ਦਾ ਬਾਣੀ ਹੈ, ਸ਼ਬਦ ਹੈ, ਗੁਰੂ ਦੀ ਵਿਚਾਰ ਹੈ, ਆਈਡੀਓਲੋਜੀ ਹੈ, ਉਹ ਇਨਰ ਰੂਪ ਹੈ। ਮਹਾਰਾਜ ਨੇ ਇਹ ਗੱਲ ਕਰਕੇ ਦਿਖਾ ਦਿੱਤੀ ਕਿ ਉਹਨਾਂ ਨੂੰ ਸੰਸਾਰ ਦੇ ਕਿਸੇ ਚੀਜ਼ ਨਾਲ ਕੋਈ ਮੋਹ ਨਹੀਂ ਹੈ, ਸੰਸਾਰ ਨਾਲ ਦੀ ਕਿਸੇ ਚੀਜ਼ ਨਾਲ ਕੋਈ ਅਟੈਚਮੈਂਟ ਨਹੀਂ ਹੈ। ਇਹ ਪਟਨਾ ਸਾਹਿਬ ਦੀ ਗੱਲ। ਤੇ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੇ ਸਾਹਿਬਾ ਤੇਰੇ ਜੋਜ ਵਿਡਾਣਾ, ਪਟਨੇ ਦੀ ਧਰਤੀ 'ਤੇ ਕਿਤਨੇ ਕੋਤਕ ਕੀਤੇ ਹੈ, ਅਤੇ ਮੈਂ ਬੇਨਤੀ ਕਰਾਂ, ਹਜ਼ੂਰ ਜਿਤਨੀ ਦੇਰ ਵੀ ਪਟਨਾ ਸਾਹਿਬ ਰਹੇ ਹੈ, ਜਦੋਂ ਪਟਨੇ ਨੂੰ ਛੱਡਿਆ ਹੈ, ਲੜੀਵਾਰ ਜਦੋਂ ਅਸੀਂ ਕਥਾ ਕਰਦੇ ਹਾਂ, ਦਾਸ ਨੇ ਕਈ ਦਫਾ ਗੁਰਪ੍ਰਤਾਪ ਸੂਰਜ ਦੀ ਕਥਾ ਕੀਤੀ ਹੈ, ਬਕਾਇਦਾ ਪਟਨਾ ਸਾਹਿਬ ਛੱਡਣ ਦੇ ਘੱਟ ਤੋਂ ਘੱਟ 8 ਪੰਨੇ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਹੈ। ਜਦੋਂ ਮਹਾਰਾਜ ਉੱਥੋਂ ਚੱਲੇ, ਕਿਤਨੀ ਸੰਗਤ ਵੈਰਾਗ ਦੇ ਵਿੱਚ ਆਈ ਹੈ। ਇੱਕ ਲੰਬਾ ਇਤਿਹਾਸ ਹੈ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਟਨਾ ਦੇ ਜ਼ਰਰੇ ਜ਼ਰਰੇ ਵਿੱਚ ਇੱਕ ਇਤਿਹਾਸਕਾਰ ਨੇ ਇੱਕ ਬੋਲ ਲਿਖੇ ਹੈ, ਕਵੀ ਨੇ। ਉਹ ਕਹਿੰਦੇ ਨੇ, ਪਟਨਾ ਸਾਹਿਬ ਦਾ ਜ਼ਰਾ ਜ਼ਰਾ ਤਵਾਜ਼ਨ ਦੇਣਾ, ਤਵਾਜ਼ਨ ਫਰਾਹਮ ਕਰਨਾ। ਪਟਨਾ ਸਾਹਿਬ ਦਾ ਜ਼ਰਾ ਜ਼ਰਾ ਰਹਿਮਤ ਦਾ ਖਜ਼ਾਨਾ ਬਣਿਆ,
ਜਿਸ ਤੋਂ ਰੱਬੀ ਨੂਰ ਨੂੰ ਪਾ ਕੇ ਇਹ ਜਗ ਸਾਰਾ ਦੀਵਾਨਾ ਬਣਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਰੂਹ ਪਟਨੇ ਦੀ ਧਰਤੀ ਤੇ ਪ੍ਰਗਟ ਹੋਇਆ ਹੈ ਤੇ ਸਾਰੇ ਜਗਤ ਨੂੰ ਰੋਸ਼ਨਾਈ ਕੀਤੀ ਹੈ। ਮੈਂ ਅਰਜ਼ ਕਰਾਂ, ਕੋਈ ਐਸਾ ਸਤਿਗੁਰੂ ਹੋਇਆ ਹੈ ਜੋ ਸਰਬੰਸਦਾਨੀ ਹੈ। ਇੱਕ ਘਟਨਾ ਦਾ ਮੈਂ ਹੋਰ ਜ਼ਿਕਰ ਕਰਾਂ। ਬਾਲਕਾਂ ਨਾਲ ਖੇਡਦੇ ਖੇਡਦੇ ਅੱਜ ਹਵੇਲੀ ਤੋਂ ਬਾਹਰ ਨਿਕਲੇ। ਇੱਕ ਰਾਣੀ ਮੈਣੀ ਦੇ ਘਰ ਹਜ਼ੂਰ ਚਲੇ ਗਏ। ਉਹ ਮਹਾਰਾਜ ਨੂੰ ਦੂਰੋਂ ਦੇਖਦੀ ਹੈ, ਬੜੇ ਸੁੰਦਰ ਹਨ। ਮੈਂ ਇੱਥੇ ਇੱਕ ਬੇਨਤੀ ਕਰਾਂ, ਐਤਵਾਰ ਨੂੰ ਮੈਂ ਬੇਨਤੀ ਕਰਾਂਗਾ, ਕਵੀਆਂ ਦਾ ਬੜਾ ਵੱਡਾ ਯੋਗਦਾਨ ਹੈ। 52 ਕਵੀ ਨੇ ਹਜ਼ੂਰ ਦੇ ਦਰਬਾਰ ਦੇ ਵਿੱਚ। ਉਹਨਾਂ ਨੇ ਲਿਖਿਆ ਹੈ, ਇਹ ਦੁਨੀਆ ਦੇ ਲੋਗੋ, ਦੁਨੀਆ ਵਿੱਚ ਦੋ ਤਰ੍ਹਾਂ ਦੇ ਬੰਦੇ ਹਨ। ਇੱਕ ਮਨੁੱਖ ਹਨ, ਉਹ ਤਨ ਕਰਕੇ ਬੜੇ ਸੁੰਦਰ ਹਨ, ਮਨ ਕਰਕੇ ਬੜੇ ਕਾਲੇ ਹਨ। ਗੁਸਾਖੀ ਮਾਫ। ਕਈ ਤਨ ਕਰਕੇ ਬੜੇ ਸੁੰਦਰ ਹੈ, ਮਨ ਕਰਕੇ ਬੜੇ ਅਸੁੰਦਰ ਹੈ। ਮਨ ਤੇ ਪਾਪਾਂ ਨਾਲ ਭਰਿਆ ਪਿਆ ਹੈ, ਫਰੇਬਾਂ ਨਾਲ ਭਰਿਆ ਪਿਆ ਹੈ, ਕਪਟ ਨਾਲ ਭਰਿਆ ਹੈ। ਉਹਨੂੰ ਠੱਗਣਾ ਹੈ, ਉਹਨੂੰ ਠੱਗਣਾ ਹੈ, ਉਹਦਾ ਕੀਸਾ ਕੱਟਣਾ ਹੈ, ਉਹਨੂੰ ਧੋਖਾ ਦੇਣਾ ਹੈ, ਉਹਦੇ ਨਾਲ ਛਲ ਕਰਨਾ ਹੈ, ਉਹਦੇ ਨਾਲ ਕਪਟ ਕਰਨਾ ਹੈ। ਮਨ ਤੇ ਧੋਖਿਆਂ ਨਾਲ ਭਰਿਆ ਪਿਆ ਹੈ। ਬਾਹਰੋਂ ਤਨ ਨੂੰ ਸੁੰਦਰ ਨੂੰ ਕੀ ਕਰਨਾ ਹੈ? ਉੱਥੇ ਤਨ ਦੀ ਸੁੰਦਰਤਾ ਕੀ ਹੈ? ਇੱਕ ਉਹ ਮਨੁੱਖ ਹਨ ਜਿਨ੍ਹਾਂ ਦਾ ਤਨ ਸੁੰਦਰ ਨਹੀਂ ਹੈ ਪਰ ਮਨ ਸੁੰਦਰ ਹੈ। ਤਨ ਭਾਵੇਂ ਕਾਲਾ ਹੈ ਪਰ ਮਨ ਗੋਰਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਦਰਬਾਰੀ ਕਵੀ ਹੋਏ ਨੇ। ਉਹ ਕਵੀ ਦਾ ਨਾਮ ਹੈ ਸੁਦਾਮਾ। 52 ਕਵੀ ਨੇ। ਮੈਂ ਐਤਵਾਰ ਨੂੰ ਬੇਨਤੀ ਕਰਾਂਗਾ, ਉਹਨਾਂ ਨੇ ਮਹਾਰਾਜ ਦੇ ਦਰਬਾਰ 'ਚ ਆਏ। ਇੱਕ ਸੁਦਾਮਾ ਕ੍ਰਿਸ਼ਨ ਜੀ ਦੇ ਟਾਈਮ 'ਤੇ ਹੋਇਆ। ਮੈਂ ਅਰਜ਼ ਕਰਾਂ, ਉਹ ਨਹੀਂ, ਇਹ ਲਾਹੌਰ ਦਾ ਕਵੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਾਉਂਟਾ ਸਾਹਿਬ ਅਤੇ ਆਨੰਦਪੁਰ ਸਾਹਿਬ ਰਿਹਾ ਹੈ। ਉਹ ਸੁਦਾਮੇ ਨੇ ਇੱਕ ਖਿਆਲ ਦਿੱਤਾ ਹੈ, ਕਹਿੰਦਾ ਦੁਨੀਆ 'ਚ ਦੋ ਤਰ੍ਹਾਂ ਦੇ ਬੰਦੇ ਹੈ, ਇੱਕ ਤਨ ਕਰਕੇ ਸੁੰਦਰ ਹਨ, ਮਨ ਕਰਕੇ ਕਾਲੇ ਹਨ। ਇੱਕ ਮਨ ਕਰਕੇ ਸੁੰਦਰ ਹਨ, ਤਨ ਕਰਕੇ ਕਾਲੇ ਹਨ। ਪਰ ਦੁਨੀਆ ਦੇ ਲੋਗੋ ਰੂਹੇ ਜ਼ਮੀਨ ਦੇ ਉੱਤੇ ਇੱਕੋ ਇੱਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹਨ, ਜੋ ਤਨ ਕਰਕੇ ਵੀ ਸੁੰਦਰ ਹੈ, ਮਨ ਕਰਕੇ ਵੀ ਸੁੰਦਰ ਹੈ। ਜੋ ਤਨ ਕਰਕੇ ਵੀ ਬਿਹਤਰੀਨ ਹੈ, ਮਨ ਕਰਕੇ ਵੀ ਬਿਹਤਰੀਨ ਹੈ। ਹਜ਼ੂਰ ਦੇ ਤਨ ਦਾ ਬੜਾ ਪ੍ਰਭਾਵ ਹੈ, ਬਹੁਤ ਸੁੰਦਰ ਹਨ, ਬਹੁਤ ਸੁੰਦਰ ਚਿਹਰਾ ਹੈ। ਉਹ ਰਾਣੀ ਦੇਖਦੀ ਹੈ ਅਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ, ਦੇਖੋ ਇਹ ਬਾਲਕ ਕਿਤਨਾ ਸੁੰਦਰ ਹੈ, ਕਿਤਨਾ ਜ਼ਹੀਨ ਹੈ, ਕਿਤਨਾ ਬਿਹਤਰੀਨ ਹੈ। ਅਤੇ ਅੱਲਾ ਖੁਦਾ ਸਾਨੂੰ ਹੀ ਕਿਧਰੇ ਇਸ ਤਰ੍ਹਾਂ ਦਾ ਪੁੱਤਰ ਦੇ ਦੇਵੇ, ਸਾਨੂੰ ਹੀ ਕਿਧਰੇ ਇਸ ਤਰ੍ਹਾਂ ਦਾ ਬੱਚਾ ਦੇ ਦੇਵੇ। ਅਤੇ ਧੰਨ ਗੁਰੂ ਗੋਬਿੰਦ ਸਿੰਘ, ਮੈਂ ਅਰਜ਼ ਕਰਾਂ, ਉਮਰ ਨਹੀਂ ਦੇਖਣੀ, ਰਿਗਾਰਡਲੈਸ ਆਫ ਦੇਅਰ ਏਜ। ਗੁਰੂ ਦੀ ਕੋਈ ਉਮਰ ਨਹੀਂ। ਮੈਂ ਕਈ ਦਫਾ ਅਰਜ਼ ਕੀਤੀ ਹੈ, ਉਮਰ ਦੇ ਹਿਸਾਬ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਸਭ ਤੋਂ ਵੱਡੇ ਹੈ, ਉਹਨਾਂ ਦੀ ਆਯੂ ਸਭ ਤੋਂ ਵੱਡੀ ਹੈ। ਅਤੇ ਉਮਰ ਦੇ ਹਿਸਾਬ ਦੇ ਨਾਲ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸਭ ਤੋਂ ਛੋਟੇ ਹੈ ਸਾਡੇ 10 ਗੁਰੂ ਸਾਹਿਬਾਨ 'ਚ। ਗੁਰੂ ਦੀ ਕੋਈ ਉਮਰ ਨਹੀਂ, ਉਹ ਤਾਂ ਜੋਤ ਹੈ। ਉਹ ਰਾਣੀ ਕਹਿੰਦੀ ਹੈ, ਅੱਲਾ ਕਿਧਰੇ ਸਾਨੂੰ ਹੀ ਇਸ ਤਰ੍ਹਾਂ ਦਾ ਬੱਚਾ ਦੇ ਦੇਵੇ, ਅੱਲਾ ਕਿਧਰੇ ਸਾਨੂੰ ਵੀ ਇਸ ਤਰ੍ਹਾਂ ਦਾ ਜ਼ਹੀਨ ਬਾਲਕ ਦੇ ਦੇਵੇ। ਅਤੇ ਭਾਵੇਂ ਮੈਂ ਅਰਜ਼ ਕਰਾਂ, ਉਮਰ ਪਟਨੇ ਦੀ ਧਰਤੀ 'ਤੇ ਛੋਟੀ ਹੈ, ਪਿਓ ਦੇ ਅਜੇ ਦਰਸ਼ਨ ਨਹੀਂ ਕੀਤੇ, ਪਿਤਾ ਦੇ ਜ਼ਿਆਰਤ ਨਹੀਂ ਕੀਤੀ। ਅੱਜ ਬਾਲਕਾਂ ਨੂੰ ਲੈ ਕੇ ਉਹ ਰਾਣੀ ਦੇ ਕੋਲ ਚਲੇ ਗਏ। ਰਾਣੀ ਨੇ ਪਿਆਰ ਕੀਤਾ ਹੈ, ਰਾਣੀ ਨੇ ਆਪਣਾ ਮਮਤਾ ਨਿਛਾਵਰ ਕੀਤੀ ਹੈ। ਅਤੇ ਗੁਰੂ ਦੇ ਵਿੱਚ ਮੈਂ ਅਰਜ਼ ਕਰਾਂ, ਇੱਕ ਤੌਫੀਕ ਹੈ। ਪਤਾ ਕੀ? ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਦੇ ਵਿੱਚ ਇੱਕ ਤੌਫੀਕ ਹੈ ਕਿ ਅੰਤਰ ਜਾਮੀ ਪੁਰਖ ਵਿਧਾਤੇ। ਹਜ਼ੂਰ ਰਾਣੀ ਨੂੰ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਭੁੱਖ ਲੱਗੀ ਹੈ, ਕੁਛ ਖਾਣ ਵਾਸਤੇ ਹੈ, ਕੁਛ ਭੋਜਨ ਪਾਣ ਵਾਸਤੇ ਹੈ।
ਉਹ ਰਾਣੀ ਦੀ ਜਿਹੜੀ ਦਰਅਸਲ ਅੰਦਰ ਦੀ ਜਿਹੜੀ ਭਾਵਨਾ ਹੈ ਉਹਨੂੰ ਸਮਝੋ, ਉਹ ਅੰਦਰੋਂ ਕੀ ਚਾਹੁੰਦੀ ਹੈ ਤੇ ਸਤਿਗੁਰ ਅੰਦਰ ਨੂੰ ਜਾਣਦੇ। ਮੈਂ ਕਈ ਦਫਾ ਅਰਜ਼ ਕੀਤੀ ਹੈ, ਬੰਦਾ ਆਪਣੇ ਆਪ ਨੂੰ ਸਮਾਜ ਤੋਂ ਛੁਪਾ ਸਕਦਾ ਹੈ, ਪਰਿਵਾਰ ਤੋਂ ਛੁਪਾ ਸਕਦਾ ਹੈ, ਬਾਜ਼ਾਰ ਤੋਂ ਛੁਪਾ ਸਕਦਾ ਹੈ, ਆਪਣੇ ਆਪ ਨੂੰ ਗੁਰੂ ਤੇ ਪਰਮਾਤਮਾ ਤੋਂ ਨਹੀਂ ਛੁਪਾ ਸਕਦਾ, ਨਿਰੰਕਾਰ ਤੋਂ ਨਹੀਂ ਛੁਪਾ ਸਕਦਾ। ਉਹ ਰਾਣੀ ਦੀ ਅੰਦਰ ਦੀ ਦਰਅਸਲ ਭਾਵਨਾ ਹੈ ਕਿ ਬਾਲਕ ਬੜਾ ਸੁੰਦਰ ਹੈ, ਜ਼ਹੀਨ ਹੈ, ਮੈਂ ਇਹਨੂੰ ਪੂੜੀਆਂ ਛੋਲੇ ਖਵਾਵਾਂ, ਚਨੇ ਖਵਾਵਾਂ। ਉਹਦੀ ਅੰਦਰ ਦੀ ਭਾਵਨਾ ਹੈ, ਉਹ ਡਿਸਕਲੋਜ਼ ਨਹੀਂ ਕੀਤੀ ਉਹਨੇ। ਤੇ ਉੱਥੇ ਮੈਂ ਅਰਜ਼ ਕਰਾਂ, ਅੱਜ ਵੀ ਤੁਸੀਂ ਜਾਓ, ਬੜਾ ਸੁੰਦਰ ਗੁਰਦੁਆਰਾ ਹੈ, ਬਿਲਕੁਲ ਪਟਨਾ ਸਾਹਿਬ ਤੋਂ ਤਕਰੀਬਨ ਅੱਧਾ ਕੁ ਕਿਲੋਮੀਟਰ ਹੈ। ਮਹਾਰਾਜ ਕਹਿੰਦੇ ਨੇ, ਰਾਣੀ ਨੇਤਰ ਖੋਲ, ਸਾਨੂੰ ਭੁੱਖ ਲੱਗੀ ਹੈ, ਅਸੀਂ ਕੁਛ ਖਾਣਾ ਹੈ, ਅਸੀਂ ਭੋਜਨ ਪਾਨ ਕਰਨਾ ਹੈ। ਤੇ ਰਾਣੀ ਮੈਣੀ ਖੀਰ ਦਾ ਕਟੋਰਾ ਰੱਖਦੀ ਹੈ, ਲਾਗੇ ਖੀਰ ਸੀ, ਪਰ ਅੰਦਰ ਦੀ ਭਾਵਨਾ ਨੂੰ ਮਹਾਰਾਜ ਸਮਝ ਰਹੇ ਹੈ। ਮਹਾਰਾਜ ਨੇ ਖੀਰ ਨੂੰ ਇੱਕ ਪਾਸੇ ਕਰ ਦਿੱਤਾ ਹੈ। ਕਹਿੰਦੇ ਨੇ, ਰਾਣੀ ਤੂੰ ਖੀਰ ਰੱਖ ਰਹੀ ਹੈ, ਤੂੰ ਅੰਮਾ ਖੀਰ ਦਾ ਕਟੋਰਾ ਰੱਖ ਰਹੀ ਹੈ, ਭਾਵਨਾ ਪੂੜੀ ਚਨੇ ਦੀ ਹੈ ਤੇ ਰੱਖ ਖੀਰ ਰਹੀ ਹੈ। ਭਾਵਨਾ ਹੈ ਕਿ ਮੈਂ ਪੂੜੀ ਚਨੇ ਖਵਾਵਾਂ, ਉਹ ਲਿਆ। ਉਹਨੇ ਇਸ਼ਾਰਾ ਕੀਤਾ ਹੈ, ਕਹਿੰਦੇ ਨੇ ਕੁਛ ਦੇਰ ਖੇਲ ਲਓ। ਹਜ਼ੂਰ ਉਹਦੀ ਹਵੇਲੀ 'ਚ ਖੇਡਦੇ ਨੇ ਤੇ ਉਹ ਜਦੋਂ ਪੂੜੀ ਚਨੇ ਤਿਆਰ ਹੋ ਗਏ ਨੇ, ਮਹਾਰਾਜ ਸੰਗੀ ਸਾਥੀਆਂ ਨਾਲ ਛਕਦੇ ਨੇ, ਉਹ ਪ੍ਰਸ਼ਾਦਾ ਛਕਦੇ ਨੇ, ਭੋਜਨ ਪਾਨ ਕਰਦੇ ਹੈ। ਤੇ ਵਾਪਸ ਜਦੋਂ ਪਟਨੇ ਦੀ ਉਸ ਹਵੇਲੀ 'ਚ, ਉਸ ਘਰ 'ਚ ਆਉਂਦੇ ਨੇ, ਤੇ ਮਾਤਾ ਗੁਜਰੀ ਕਹਿੰਦੇ ਨੇ, ਬੱਚਿਆ ਭੋਜਨ ਤਿਆਰ ਹੈ, ਖਾਣਾ ਤਿਆਰ ਹੈ, ਅੱਜ ਭੋਜਨ ਬੜਾ ਸੁੰਦਰ ਬਣਾਇਆ ਹੈ, ਤੁਸੀਂ ਭੋਜਨ ਪਾਨ ਕਰੋ, ਆਪਣੇ ਸੰਗੀ ਸਾਥੀਆਂ ਨੂੰ ਵੀ ਖਾਓ। ਤੇ ਉੱਥੇ ਬਾਲਕ ਗੋਬਿੰਦ ਰਾਏ ਮਾਤਾ, ਆਪਣੀ ਮਾਤਾ ਗੁਜਰੀ ਨੂੰ ਕਹਿੰਦੇ ਨੇ, ਅੰਮਾ ਅੱਜ ਮੈਂ ਅੰਮਾ ਕੋਲੋਂ ਭੋਜਨ ਖਾਇਆ, ਅੱਜ ਭੁੱਖ ਨਹੀਂ ਹੈ, ਅੱਜ ਤਮੰਨਾ ਨਹੀਂ ਹੈ। ਤੇ ਮਾਤਾ ਗੁਜਰੀ ਕਹਿੰਦੇ ਨੇ, ਤੇਰੀ ਅੰਮਾ ਤੇ ਮੈਂ ਹਾਂ, ਤੇਰੀ ਮਾਂ ਤੇ ਮੈਂ ਹਾਂ, ਮੇਰੀ ਕੁੱਖ ਤੋਂ ਜਨਮ ਹੋਇਆ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਜਿਹੜੇ ਬੋਲ ਕਹੇ ਨੇ, ਮੈਂ ਅਰਜ਼ ਕਰਾਂ, ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੇ ਹੈ, ਕਵੀ ਸੰਤੋਖ ਸਿੰਘ ਜੀ ਨੇ ਲਿਖੇ ਹੈ, ਸੁਨ ਕਰ ਬੋਲਤ ਧਰਣੀ ਦਰ ਸਤਿਗੁਰ, ਮੁਖ ਉਚਾਰ ਕੇ ਬੈਠ ਕੋ ਦੀਨ, ਧਰਤੀ ਨੂੰ ਧੀਰਜ ਦੇਣ ਵਾਲੇ। ਕਵੀ ਜੀ ਦੇ ਬੋਲ ਹਨ। ਬਾਲਕ ਗੋਬਿੰਦ ਰਾਏ ਕਹਿੰਦੇ ਨੇ, ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ, ਅੰਮਾ ਸਾਡੀਆਂ ਅੱਖਾਂ ਕਿਤਨੀਆਂ ਹੈ? ਬੱਚੇ ਹਾਂ ਦੋ ਹੈ, ਪਰ ਦੇਖਦੀ ਦ੍ਰਿਸ਼ ਕਿੰਨੇ ਦਿਖਾਈ ਦਿੰਦੇ? ਇੱਕ ਦੋ ਤੇ ਨਹੀਂ ਨਾ ਦਿਖਾਈ ਦਿੰਦੇ, ਅੱਖਾਂ ਭਾਵੇਂ ਦੋ ਹੈ ਪਰ ਦ੍ਰਿਸ਼ ਤੇ ਇੱਕੋ ਹੀ ਦਿਖਾਈ ਦਿੰਦਾ ਹੈ। ਅੱਖਾਂ ਦੇ ਵਿੱਚ ਜੋਤ ਤੇ ਇੱਕੋ ਹੀ ਹੈ। ਭਾਵੇਂ ਤੂੰ ਮੇਰੀ ਅੰਮਾ ਹੈ, ਭਾਵੇਂ ਮੇਰਾ ਤੇਰੀ ਕੁੱਖ ਤੋਂ ਜਨਮ ਹੋਇਆ ਹੈ, ਪਰ ਜਿਸ ਅੱਖਾਂ ਦੀ ਮਮਤਾ ਦੇ ਨਾਲ ਤੂੰ ਦੇਖਦੀ ਹੈ, ਉਸੇ ਅੱਖਾਂ ਦੀ ਮਮਤਾ ਨਾਲ ਰਾਣੀ ਮੈਣੀ ਦੇਖਦੀ, ਉਹ ਵੀ ਮੇਰੀ ਅੰਮਾ ਹੈ, ਉਹ ਵੀ ਮੇਰੀ ਮਾਂ ਹੈ। ਅਗਲੇ ਦਿਨ ਜਦੋਂ ਹਜ਼ੂਰ ਉਹਦੇ ਘਰ ਗਏ ਹੈ ਤੇ ਉਹਨੇ ਗੋਦੀ 'ਚ ਲਿਆ ਤੇ ਪਤਾ ਕੀ ਕਹਿੰਦੀ ਹੈ? ਕਹਿੰਦੀ, ਬੱਚਿਆ ਮੇਰੀ ਇੱਛਾ ਹੈ ਤੇਰੇ ਵਰਗਾ ਪੁੱਤਰ ਮੇਰੇ ਘਰ 'ਚ ਹੋਵੇ। ਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਚਨ ਕੀਤਾ ਹੈ, ਮੈਂ ਬੇਨਤੀ ਕਰਾਂ, ਗੁਰੂ ਦਾ ਬਚਨ ਜੁਗੋ ਜੁਗ ਅਟਲ ਹੈ, ਸਦਾ ਅਟਲ ਹੈ। ਉੱਥੇ ਉਹ ਰਾਣੀ ਮੈਣੀ ਕਹਿੰਦੀ ਹੈ, ਮੇਰੀ ਤਮੰਨਾ ਹੈ ਕਿ ਤੇਰੇ ਵਰਗਾ ਪੁੱਤਰ ਮੇਰੇ ਘਰ 'ਚ ਪੈਦਾ ਹੋਵੇ। ਤੇ ਸਾਹਿਬ ਬਾਲਕ ਗੋਬਿੰਦ ਰਾਏ ਕਹਿੰਦੇ ਨੇ, ਅੰਮਾ ਅੱਜ ਤੋਂ ਬਾਅਦ ਮੈਂ ਹੀ ਤੇਰਾ ਪੁੱਤਰ ਹਾਂ। ਮੇਰਾ ਇਹ ਬਚਨ ਹੈ, ਜਦੋਂ ਤੱਕ ਇਹ ਦੁਨੀਆ ਰਹੇਗੀ, ਇਹ ਅਸਥਾਨ ਰਹੇਗਾ, ਤੇ ਜਦੋਂ ਤੱਕ ਦੁਨੀਆ ਰਹੇਗੀ, ਇੱਥੇ ਪੂੜੀ ਤੇ ਚਣੇ ਦਾ ਲੰਗਰ ਚੱਲਦਾ ਹੀ ਰਹੇਗਾ। ਮੈਂ ਅਰਜ਼ ਕਰਾਂ, ਅੱਜ ਵੀ ਪਟਨਾ ਸਾਹਿਬ ਜਿਹੜੇ ਜਾਂਦੇ ਨੇ, ਉੱਥੇ ਉਹ ਲੰਗਰ ਛਕਦੇ ਨੇ। ਤੇ ਦਾਸ ਨੇ ਤੇ ਪਿਛਲੀ ਵਾਰਾਂ ਦੇਖਿਆ, ਮਹਾਂਪੁਰਖ
ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਇੱਕ ਯਤਨ ਕੀਤਾ, ਉਹ ਲੰਗਰ ਨਾਲ ਪੈਕ ਕਰਕੇ ਵੀ ਦਿੰਦੇ ਨੇ। ਦੇਸੀ ਘਿਓ ਦਾ ਲੰਗਰ, ਪੂੜੀਆਂ ਦਾ, ਚਨਿਆਂ ਦਾ। ਗੁਰੂ ਗੋਬਿੰਦ ਸਿੰਘ ਜੀ ਦਾ ਉਹ ਬਚਨ ਪਟਨੇ ਦੇ ਵਿੱਚ ਅੱਜ ਵੀ ਅਟੱਲ ਹੈ। ਐਸੇ ਸਰਬੰਸ ਦਾਨੀ ਸਤਿਗੁਰ, ਐਸੇ ਸਹਿਬੇ ਕਮਾਲ ਦਾ ਪਟਨੇ ਦੀ ਧਰਤੀ 'ਤੇ ਜਨਮ ਹੋਇਆ। ਅਤੇ ਸਹਿਬੇ ਕਮਾਲ ਦੁਨੀਆ ਦੇ ਵਿੱਚ ਮੈਂ ਅਖੀਰ ਦੇ ਵਿੱਚ ਬੇਨਤੀ ਕਰਾਂ, ਲੱਖ ਲੱਖ ਵਧਾਈ, ਲੱਖ ਲੱਖ ਮੁਬਾਰਕਾਂ। ਐਤਵਾਰ ਮੈਂ ਬੇਨਤੀ ਕਰਾਂਗਾ, ਹਜ਼ੂਰ ਕਵੀ ਕਿਤਨੇ ਵੱਡੇ ਨੇ ਅਤੇ ਉਹਨਾਂ ਦੇ ਅੰਦਰੋਂ ਕਵਿਤਾ ਕਿਵੇਂ ਜਨਮ ਲੈਂਦੀ ਹੈ, ਉਹ ਐਤਵਾਰ ਨੂੰ ਬੇਨਤੀ ਕਰਾਂਗਾ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਭਗਤ ਸੂਰਮੇ ਬਾਬਾ ਦੀਪ ਸਿੰਘ ਜੀ ਦਾ ਵੀ ਜਨਮ ਦਿਹਾੜਾ ਆ ਰਿਹਾ ਹੈ। ਸਾਰਾ ਮੈਂ ਅਰਜ਼ ਕਰਾਂ ਜਿਹੜਾ ਸਮਾਂ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਦਾਂ 'ਚ ਹੈ। ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਅਲਰਟ ਦਿੱਤਾ ਹੈ। ਸਰਬੰਸਦਾਨੀ ਹੈ ਨਾ, ਇੱਕ ਅਲਰਟ ਦਿੱਤਾ ਹੈ ਕਿ ਮਹਾਰਾਜ ਕਹਿੰਦੇ ਨੇ, ਨਾ ਸਾਜ਼ੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਕਰੀਮ ਮੇ ਬਖਸ਼ਿੰਦੋ ਐ ਸ਼ਰਸ਼। ਐ ਔਰੰਗਜ਼ੇਬ ਕੀ ਹੋ ਗਿਆ, ਸਾਡੇ 4 ਬੱਚੇ ਨਹੀਂ ਰਹੇ, ਸਾਡੇ ਪਿਤਾ ਨਹੀਂ ਰਹੇ, ਸਾਡੇ ਮਾਤਾ ਨਹੀਂ ਰਹੇ। ਜਿੰਨੀ ਦੇਰ ਉਹ ਅਕਾਲ ਪੁਰਖ ਮੇਰੇ ਨਾਲ ਹੈ, ਮੇਰਾ ਭਰੋਸਾ ਹੈ, ਮੇਰਾ ਅਕੀਦਤ ਹੈ, ਮੇਰਾ ਵਿਸ਼ਵਾਸ ਹੈ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਜਦੋਂ ਤਿੱਕਰ ਵਾਹਿਗੁਰੂ ਦਾ ਮੇਰੇ ਉੱਤੇ ਹੱਥ ਹੈ ਅਤੇ ਵਾਹਿਗੁਰੂ ਮੇਰੇ ਨਾਲ ਹੈ। ਇੱਕ ਤੇ ਕੀ ਭਾਵੇਂ ਲੱਖਾਂ ਔਰੰਗਜ਼ੇਬ ਪੈਦਾ ਹੋ ਜਾਣ, ਮੇਰਾ ਕੁਛ ਵੀ ਨਹੀਂ ਵਿਗਾੜ ਸਕਦੇ, ਮੇਰਾ ਕੁਛ ਵੀ ਨਹੀਂ ਛੀਨ ਸਕਦੇ। ਐਸੇ ਮਹਾਨ ਸਤਿਗੁਰੂ ਦਾ ਆਗਮਨ ਦੀਆਂ ਹਾਰਦਿਕ ਵਧਾਈਆਂ, ਸ਼ੁਭਕਾਮਨਾਵਾਂ। ਇਤਨੀ ਸੇਵਾ ਪ੍ਰਵਾਨ ਕਰਨਾ, ਕਿਉਂਕਿ ਸਮਾਂ ਵੀ ਹੋ ਗਿਆ। ਭਾਈ ਤਰਲੋਕ ਸਿੰਘ ਜੀ ਨੇ ਵੀ ਹਾਜ਼ਰੀ ਭਰਨੀ ਹੈ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਹਾਰਦਿਕ ਵਧਾਈਆਂ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।